ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਦਾਸਤਾਨ ਦੀ ਵਿਚਾਰ ਆਪਾਂ ਕਰਨੀ ਹੈ, ਮੋਰਚਾ ਗੁਰੂ ਕਾ ਬਾਗ। ਐਸੇ ਮੋਰਚੇ ਖਾਲਸਾ ਪੰਥ ਨੇ ਬਹੁਤ ਸਾਰੇ ਕੀਤੇ ਇਤਿਹਾਸਕ ਗੁਰਦੁਆਰਿਆਂ ਨੂੰ ਛਡਾਉਣ ਵਾਸਤੇ ਅਤੇ ਗੁਰਦੁਆਰਿਆਂ ਦੇ ਵਿੱਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਅਤੇ ਉਹਨਾਂ ਵਿੱਚ ਗੁਰਮਤਿ ਦਾ ਪ੍ਰਚਾਰ ਨਿਰਪੱਖ ਹੋਵੇ। ਇਹ ਜਿਹੜੀਆਂ ਸਾਰੀਆਂ ਹੀ ਗੱਲਾਂ ਨੂੰ ਲੈ ਕੇ ਸਿੱਖ ਪੰਥ ਨੇ ਹਮੇਸ਼ਾ ਗੁਰਦੁਆਰਿਆਂ ਨੂੰ ਆਜ਼ਾਦ ਰੱਖਿਆ ਹੈ, ਕਿਉਂਕਿ ਗੁਰਦੁਆਰਿਆਂ ਵਿੱਚ ਕੇਵਲ ਅਤੇ ਕੇਵਲ ਗੁਰਸਿੱਖੀ ਦੀ ਗੱਲ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦੁਨੀਆ ਨੂੰ ਦਿੱਤਾ ਹੈ, ਉਹੀ ਉਪਦੇਸ਼ ਅੱਜ ਵੀ ਗੁਰਦੁਆਰਿਆਂ ਵਿੱਚ ਉਸੇ ਤਰੀਕੇ ਦੇ ਨਾਲ ਅਤੇ ਉਸੇ ਹੀ ਤਰ੍ਹਾਂ ਜਿਹੜਾ ਪੇਸ਼ ਕੀਤਾ ਜਾਵੇ। ਇਸ ਕਰਕੇ ਆਪਾਂ ਅਰਦਾਸ ਵਿੱਚ ਹਮੇਸ਼ਾ ਹੀ ਇਹੀ ਅਰਦਾਸ ਪੰਥ ਕਰਦਾ ਹੈ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਤੇ ਨਾ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਮੋਰਚਾ ਜਿਹੜਾ ਗੁਰੂ ਕਾ ਬਾਗ ਹੈ, ਇਹ 1922 ਦਾ ਮੋਰਚਾ ਹੈ, 1922, ਕਿਉਂਕਿ ਉਸ ਸਮੇਂ ਦੇ ਵਿੱਚ ਐਸੇ ਜਿਹੜੇ ਗੁਰਸਿੱਖ ਸਨ ਪੁਰਾਤਨ ਸਮੇਂ ਦੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸਮੇਂ ਸਿਰ ਮੰਜੀਆਂ ਦੇ ਕੇ ਪ੍ਰਚਾਰ ਵਾਸਤੇ ਥਾਂ ਥਾਈਂ ਭੇਜਿਆ, ਉਹਨਾਂ ਨੇ ਗੁਰੂ ਇਤਿਹਾਸ ਅਸਥਾਨਾਂ ਦੀ ਸੰਭਾਲ ਕਰਕੇ ਉੱਥੇ ਛੋਟੇ ਮੋਟੇ ਗੁਰਦੁਆਰਿਆਂ ਦੀ ਉਸਾਰੀ ਕਰਕੇ ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਪਰ ਸਮੇਂ ਦਾ ਦੌਰਾਨ ਐਸਾ ਆਇਆ ਕਿ ਉਹਨਾਂ ਦੀਆਂ ਅਗਲੀਆਂ ਪਨੀਰੀਆਂ ਜਿਹੜੀਆਂ ਸਨ ਉਹ ਮਹੰਤ ਬਣ ਕੇ ਕਬਜ਼ਾ ਕਰਕੇ ਬਹਿ ਗਏ, ਅਤੇ ਉਹ ਜ਼ਮੀਨਾਂ ਜਿਹੜੀਆਂ ਗੁਰਦੁਆਰਿਆਂ ਦੀਆਂ ਸਨ, ਜਿੰਨੀ ਵੀ ਉੱਥੇ ਜਾਇਦਾਦ ਜਿਹੜੀ ਗੁਰਦੁਆਰੇ ਦੇ ਨਾਂ 'ਤੇ ਸੀ, ਉਹਨਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਉਹਨਾਂ ਦੀ ਨਿੱਜੀ ਜਾਂ ਪਰਸਨਲ ਪ੍ਰਾਪਰਟੀ ਬਣੀ ਰਹੇ। ਇਸ ਪ੍ਰਕਾਰ ਕਰਕੇ ਜਦੋਂ ਅੰਗਰੇਜ਼ ਹਕੂਮਤ ਨੇ ਦੇਖਿਆ, ਬ੍ਰਿਟਿਸ਼ ਰਾਜ ਨੇ ਦੇਖਿਆ ਕਿ ਸਿੱਖਾਂ ਵਿੱਚ ਫੁੱਟ ਪਾਉਣ ਦਾ ਜਾਂ ਸਿੱਖਾਂ ਨੂੰ ਇਸ ਗੱਲ ਦੇ ਤੇ ਮਾਮਲੇ ਵਿੱਚ ਬਿਜ਼ੀ ਰੱਖਣ ਦਾ ਇਹੀ ਇੱਕ ਤਰੀਕਾ ਸੀਗਾ ਕਿ ਸਿੱਖ ਆਪਸ ਵਿੱਚ ਲੜਦੇ ਰਹਿਣ, ਤਾਂ ਉਹਨਾਂ ਨੇ ਮਹੰਤ ਜਿਹੜੇ ਐਸੇ ਧੋਖੇਬਾਜ਼ ਸਨ, ਜਿਨ੍ਹਾਂ ਨੇ ਗੁਰਦੁਆਰਿਆਂ 'ਤੇ ਕਬਜ਼ਾ ਕਰਕੇ ਜਿਹੜੇ ਹਨ ਗਰੀਬ ਸਿੱਖਾਂ ਨੂੰ ਲੁੱਟਣਾ ਸ਼ੁਰੂ ਕੀਤਾ, ਤਾਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਸਾਰੀ ਬ੍ਰਿਟਿਸ਼ ਰਾਜ ਦੀ ਹਕੂਮਤ ਉਹਨਾਂ ਦੇ ਨਾਲ ਜਿਹੜਾ ਹਨ ਉਹਨਾਂ ਦੀ ਸਹਾਇਤਾ ਅਤੇ ਉਹਨਾਂ ਨੂੰ ਆਸਰਾ ਦੇਣ ਲੱਗੇ। ਇਸੇ ਪ੍ਰਕਾਰ ਜਦੋਂ ਗੁਰੂ ਕਾ ਬਾਗ ਹੈ, ਇਹ ਗੁਰੂ ਕਾ ਬਾਗ ਜਿਹੜਾ ਹੈ ਘੁੱਕੇ ਵਾਲੀ ਜੋ ਇੱਕ ਪਿੰਡ ਹੈ, ਜੋ ਤਕਰੀਬਨ 20 ਕਿਲੋਮੀਟਰ ਜਾਂ 15 ਕੁ ਮੀਲ ਜਿਹੜਾ ਹੈ ਅੰਮ੍ਰਿਤਸਰ ਤੋਂ ਹੈ। ਇਸ ਅਸਥਾਨ ਦੇ ਉੱਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ ਸਨ। ਇਸ ਕਰਕੇ ਇਹ ਇਤਿਹਾਸਕ ਗੁਰਦੁਆਰਿਆਂ ਨੂੰ ਜਿਹੜਾ ਹੈ ਪੰਜਾਬ ਸਿੰਘ ਜੋ ਗਦਰ ਮੂਵਮੈਂਟ ਦੇ ਹੋਏ ਨੇ, ਉਹਨਾਂ ਨੇ ਸੰਗਤਾਂ ਦੀ ਸਹਾਇਤਾ ਲੈ ਕੇ ਛੋਟਾ ਜਿਹਾ ਗੁਰਦੁਆਰੇ ਦੀ ਇਮਾਰਤ ਜਿਹੜੀ ਖੜੀ ਕੀਤੀ, ਅਤੇ ਇਸ ਅਸਥਾਨ ਦਾ ਨਾਂ ਉਸ ਵੇਲੇ ਗੁਰੂ ਕੀ ਰੋਡ ਸੀਗਾ। ਸੋ ਸਮਾਂ ਪਾ ਕਰਕੇ ਸੰਗਤਾਂ ਵੱਲੋਂ ਸਿੰਘ ਸਭਾ ਲਹਿਰ ਨੇ ਜੋ ਪੂਰਨਮਾਸੀ ਵਾਲੇ ਦਿਨ ਇੱਥੇ ਦਿਹਾੜੇ ਮਨਾਉਣੇ ਸ਼ੁਰੂ ਕੀਤੇ, ਤਾਂ ਕਰਕੇ ਸੰਗਤਾਂ ਦੀ ਆਵਾਜਾਈ ਵੱਧ ਜਾਵੇ ਅਤੇ ਗੁਰਦੁਆਰੇ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਵੀ ਫਾਇਦਾ ਹੋਵੇ। ਸਮਾਂ ਪਾ ਕਰਕੇ ਜਿਹੜੇ ਹਨ ਐਸੇ ਵੀ ਗੁਰਸਿੱਖ ਆਏ, ਜਿਨ੍ਹਾਂ ਨੇ ਵੱਡੀ ਜ਼ਮੀਨ ਲੈ ਕੇ ਗੁਰਦੁਆਰੇ ਦੇ ਨਾਂ 'ਤੇ ਲਾਉਣਾ ਕੀਤੀ। 65 ਏਕੜ ਜਿਹੜੀ ਹੈ, 65 ਏਕੜਸ ਲੈਂਡ ਜਿਹੜੀ ਹੈ, ਇਹ ਗੁਰਦੁਆਰੇ ਦੇ ਆਲੇ ਦੁਆਲੇ ਦਿੱਤੀ ਗਈ, ਅਤੇ ਇਹ ਲੈਂਡ ਜਿਹੜੀ ਸੀਗੀ, ਇਹ ਜ਼ਮੀਨ ਜਿਹੜੀ ਸੀਗੀ, ਇਹਨੂੰ ਗੁਰੂ ਕਾ ਬਾਗ ਕਰਕੇ ਜਾਣਿਆ ਜਾਂਦਾ ਸੀਗਾ। ਸੋ ਇਹ ਮਹੰਤ ਜਿਹੜਾ ਕਿ ਇੱਥੋਂ ਦੇ ਰਹਿਣ ਵਾਲਾ ਸੀਗਾ, ਉਸਦਾ ਨਾਂ ਸੁੰਦਰ ਲਾਲ ਸੀਗਾ। ਸੋ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਇਸ ਕਮੇਟੀ ਦੀ ਸਥਾਪਨਾ ਹੋਈ, ਤਾਂ ਉਸ ਵੇਲੇ ਜਿਹੜਾ ਹੈ 1920 ਤੋਂ ਲੈ ਕੇ ਜਦੋਂ 1921 ਦੇ ਵਿੱਚ ਗੁਰੂ ਕੇ ਬਾਗ ਵੱਲ ਸਿੱਖਾਂ ਨੇ ਆਪਣਾ ਕਬਜ਼ਾ ਮੰਗਿਆ, ਤਾਂ ਸੁੰਦਰ ਦਾਸ ਨੇ ਸੋਚਿਆ ਕਿ ਹੁਣ ਤਾਂ ਮੇਰੇ ਭੱਜਣ ਦਾ ਕੋਈ ਵੀ ਤਰੀਕਾ ਨਹੀਂ ਰਿਹਾ। ਇਹਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਗੁਰਪੰਥ ਦੇ ਪੇਸ਼ ਹੋ ਕਰਕੇ ਇੱਕ ਅਗਰੀਮੈਂਟ ਕੀਤਾ, ਜਿਹੜਾ ਕਿ 31 ਜਨਵਰੀ 1921
31 ਜਨਵਰੀ 1921 ਦੇ ਵਿੱਚ ਇਹਨੇ ਕੀਤਾ, ਜਿਹਦੇ ਵਿੱਚ ਇਹਨੇ ਖਾਲਸਾ ਦੀਆਂ ਸਾਰੀਆਂ ਸ਼ਰਤਾਂ ਮੰਨੀਆਂ ਤੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕਰਕੇ ਇਸ ਦਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ। ਇਹ ਮਹੰਤ ਜਿਹੜਾ ਸੀਗਾ ਵਾਪਸ ਜਦੋਂ ਆਪਣੇ ਉਸ ਗੁਰੂ ਕੇ ਬਾਗ ਵਾਲੇ ਅਸਥਾਨ ਤੇ ਗਿਆ ਤਾਂ ਇਹਨੇ ਦੇਖਿਆ ਕਿ ਜਦੋਂ ਨਨਕਾਣਾ ਸਾਹਿਬ ਦਾ ਸਾਖਾ ਹੋਇਆ, ਬ੍ਰਿਟਿਸ਼ ਰਾਜ ਨੇ ਬਹੁਤ ਸਹਾਇਤਾ ਕੀਤੀ ਸੀ ਨਾਰਾਇਣ ਦਾਸ ਦੀ। ਤਾਂ ਇਹਨੇ ਸੋਚਿਆ ਕਿ ਮੈਂ ਇਹ ਜਿਹੜਾ ਹੈ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਇਮਾਰਤ ਹੈ, ਚਲੋ ਇਹ ਤਾਂ ਮੈਂ ਖਾਲਸੇ ਪੰਥ ਨੂੰ ਦੇ ਦਿੰਦਾ ਹਾਂ, ਪਰ ਜਿਹੜੀ ਨਾਲ ਦੀ ਜ਼ਮੀਨ ਹੈ ਜਿਹੜਾ ਕਿ ਗੁਰੂ ਕਾ ਬਾਗ ਹੈ, ਇਹ ਨਹੀਂ ਉਹ ਦੇਣ ਨੂੰ ਮੰਨਿਆ। ਇਹਨੇ ਉਹ ਜਿਹੜਾ ਅਗਰੀਮੈਂਟ ਕੀਤਾ ਹੋਇਆ ਸੀਗਾ 16 ਸਫਾਈ ਦਾ, ਉਹਦੇ ਵਿੱਚ ਇਹਨੇ ਆਪ ਹੀ ਜਿਹੜਾ ਹੈ ਉਸ ਦੇ ਵਿੱਚ ਵਿਘਨ ਪਾਉਣਾ ਚਾਹਿਆ ਤੇ ਇਹ ਕਹਿ ਦਿੱਤਾ ਕਿ ਗੁਰੂ ਕੇ ਬਾਗ ਦੀ ਜ਼ਮੀਨ ਸਾਡੀ ਹੈ। ਤਾਂ ਉਸ ਵੇਲੇ 5 ਗੁਰਸਿੱਖ ਜਿਹੜੇ ਹਨ ਇੱਕ ਵਾਰ ਲੰਗਰ ਤਿਆਰ ਕਰਨ ਲੱਗੀਆਂ ਜਾ ਕੇ ਲੱਕੜਾਂ ਲੈਂਦੇ ਸਨ, ਲੱਕੜਾਂ ਕੱਟਣ ਵਾਸਤੇ ਗਏ ਤਾਂ ਉਸ ਵੇਲੇ ਇਸਨੇ ਇੱਕ ਰਿਪੋਰਟ ਜਿਹੜੀ ਸੀ ਫਾਈਲ ਕੀਤੀ ਤੇ ਪੁਲਿਸ ਜਿਹੜੀ ਬ੍ਰਿਟਿਸ਼ ਪੁਲਿਸ ਹੈ ਉਹਨਾਂ ਨੇ ਆ ਕੇ 5 ਗੁਰਸਿੱਖਾਂ ਦੇ ਲਾਠੀਆਂ ਵੀ ਮਾਰੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੇ ਚਾਰਜਸ ਦੂਸਰੇ ਦਿਨ ਹੀ 6 ਮਹੀਨਿਆਂ ਦੀ ਜੇਲ੍ਹ ਲਾ ਦਿੱਤੀ ਤੇ 50 ਰੁਪਈਆ ਜਿਹੜਾ ਸੀਗਾ 50 ਰੁਪੀਸ ਈਚ ਇੱਕ ਜਿਹੜੇ ਗੁਰਸਿੱਖ ਵਾਸਤੇ, ਤੇ ਉਹਨਾਂ ਨੇ ਇਹਨਾਂ ਨੂੰ ਜੇਲ੍ਹ ਖਾਨੇ ਵਿੱਚ ਬੰਦ ਕਰ ਦਿੱਤਾ। ਇਸ ਤਰ੍ਹਾਂ ਕਰਦਿਆਂ ਹੋਇਆਂ ਜਦੋਂ ਇਹ ਖਬਰ ਜਿਹੜੀ ਸੀਗੀ ਨਾਲੋਂ ਨਾਲ ਉਹਨੇ ਜਿਹੜਾ ਹਨ ਗੁਰਸਿੱਖਾਂ ਤੇ ਇੰਨਾ ਧੱਕਾ ਕੀਤਾ। ਜਿਹੜਾ ਸੁੰਦਰ ਦਾਸ ਸੀਗਾ, ਇਹਨੇ 4 ਗੁਰਸਿੱਖ ਜੋ ਲੰਗਰ ਦੀ ਸੇਵਾ ਕਰਦੇ ਹੁੰਦੇ ਸਨ ਉਹਨਾਂ ਨੂੰ ਵੀ ਪਕੜਾ ਦਿੱਤਾ। ਤਾਂ ਜਦੋਂ ਇਹ ਗੱਲ ਦੀ ਜਿਹੜੀ ਹਨ ਖਬਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਪਹੁੰਚੀ ਤਾਂ ਉਹਨਾਂ ਨੇ ਇਹ ਸਲਾਹ ਕੀਤੀ ਕਿ ਹਰ ਰੋਜ਼ 5 ਗੁਰਸਿੱਖ ਜਾਇਆ ਕਰਨਗੇ ਤੇ ਉੱਥੇ ਜਾ ਕੇ ਗੁਰੂ ਕੇ ਬਾਗ ਵਿੱਚ ਲੱਕੜਾਂ ਨੂੰ ਇਕੱਠਿਆਂ ਕਰਨ ਵਾਸਤੇ ਇਹ ਸੇਵਾ ਗੁਰਸਿੱਖਾਂ ਦੀ ਲਾਈ ਗਈ। 5 ਗੁਰਸਿੱਖਾਂ ਦਾ ਜਥਾ ਹਰ ਰੋਜ਼ ਜਾਣ ਲੱਗਿਆ। 22 ਅਗਸਤ ਜਿਹੜਾ ਹਨ 1922 ਵਿੱਚ ਤੇ ਇਹ ਬ੍ਰਿਟਿਸ਼ ਨੇ ਕੀ ਕੀਤਾ, ਇੱਕ ਨਾਕਾਬੰਦੀ ਕਰਕੇ ਉਹ ਜਥਿਆਂ ਨੂੰ ਜਿਹੜਾ ਹਨ ਪਕੜਨਾ ਤੇ ਉਹਨਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਗੱਲ ਅੱਗੇ ਹੋਰ ਵਧੀ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਹੁਣ ਜਥੇ ਜਿਹੜੇ ਹਨ ਵੱਡੇ ਤੋਂ ਵੱਡੇ ਜਥੇ ਭੇਜਾਂਗੇ। ਤਾਂ 24 ਅਗਸਤ ਨੂੰ ਤੱਕ ਜਾਂ 24 ਅਗਸਤ 1922 ਤੱਕ 180 ਸਿੱਖ ਜਿਹੜੇ ਸਨ ਉਹਨਾਂ ਨੇ ਪਕੜ ਲਏ ਸਨ, ਅਰੈਸਟ ਕਰ ਲਏ ਸਨ। ਤੇ ਮੱਸਿਆ ਵਾਲਾ ਦਿਨ ਜਿਹੜਾ ਸੀ 25 ਅਗਸਤ ਵਾਲਾ, ਤੇ SGM ਬੈਟੀ ਜਿਹੜਾ ASP ਸੀਗਾ, ਜਿਹੜਾ ਐਡੀਸ਼ਨਲ ਸੁਪਰੀਟੈਂਡੈਂਟ ਆਫ ਪੁਲਿਸ, ਤੇ ਉਹਨੇ ਆ ਕਰਕੇ ਘੇਰਾ ਪਾ ਕੇ ਸਿੱਖਾਂ ਨੂੰ ਜਿਹੜਾ ਹੈ ਰੋਕਣਾ ਚਾਹਿਆ ਵੀ ਗੁਰਦੁਆਰੇ ਨਹੀਂ ਜਾ ਸਕਦੇ ਮੱਸਿਆ ਵਾਸਤੇ। ਜਿੱਥੇ ਜੋੜ ਮੇਲਾ ਹੋ ਰਿਹਾ ਸੀਗਾ, ਜਿਸ ਤਰ੍ਹਾਂ ਹੁੰਦਾ ਆਇਆ ਸੀ, ਉੱਥੇ ਲਾਠੀ ਚਾਰਜ ਕਰਕੇ ਬਹੁਤ ਗੁਰਸਿੱਖਾਂ ਨੂੰ ਕੁੱਟ ਕਰਕੇ ਹਰ ਇੱਕ ਨੂੰ ਪਕੜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸ ਦਿਨ 35 ਗੁਰਸਿੱਖਾਂ ਨੂੰ ਜਿਹੜਾ ਹਨ ਅਰੈਸਟ ਕੀਤਾ ਗਿਆ ਪਕੜ ਕਰਕੇ, ਤੇ ਉਹਨਾਂ ਨੂੰ ਜਿਹੜਾ ਹਨ ਸਮੁੰਦਾਰ ਡਾਂਗ ਜਿਹੜੀ ਜੰਬੁਕ ਵੀ ਉਹਨੂੰ ਕਹਿ ਦਿੰਦੇ ਹਾਂ, ਸੋ ਉਹ ਮਾਰ ਕਰਕੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ, ਬਹੁਤ ਭੈੜੀ ਤਰ੍ਹਾਂ ਕੁੱਟਿਆ। ਪਰ ਦੇਖੋ ਇਹ ਸਾਰਾ ਗੁਰੂ ਕਾ ਮੋਰਚਾ ਇੱਕੋ ਗੱਲ ਤੇ ਖੜਾ ਹੈ ਕਿ ਗੁਰਸਿੱਖਾਂ ਨੇ ਪਹਿਲਾਂ ਤੋਂ ਹੀ ਇਹ ਸਲਾਹ ਕੀਤੀ ਹੋਈ ਸੀ ਵੀ ਸ਼ਾਂਤਮਈ ਤਰੀਕੇ ਦੇ ਨਾਲ ਹੀ ਅਸੀਂ ਇਹ ਮੋਰਚੇ ਨੂੰ ਜਿੱਤਣਾ ਹੈ। ਸ਼ਾਂਤਮਈ ਮੋਰਚੇ ਦਾ ਮਤਲਬ ਹੁੰਦਾ ਪੀਸਫੁਲ। ਸੋ ਪੀਸਫੁਲ ਕੀ ਹੈ ਕਿ ਜਦੋਂ ਡਾਂਗਾਂ ਵੀ ਪੈਂਦੀਆਂ ਹਨ, ਗੁਰਸਿੱਖਾਂ ਨੇ ਆਪਣੇ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਆਪਣੇ ਆਪ ਨੂੰ ਬਚਾਉਣ ਦੀ ਜਾਂ ਅੱਗੇ ਕੁੱਟਣ ਵਾਲੇ ਦੇ ਉੱਤੇ ਹਮਲਾ ਕਰਨ ਦੀ। ਭਾਵੇਂ ਗਾਤਰੇ ਕਿਰਪਾਨਾਂ ਨੇ, ਪਰ ਫਿਰ ਵੀ ਗੁਰਸਿੱਖਾਂ ਨੇ ਜਿਹੜਾ ਹਨ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜਥੇ ਤੁਰਦੇ ਸਨ ਤੇ ਉੱਥੇ ਇਹੀ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਅਰਦਾਸ ਵਿੱਚ ਇਹੀ ਬੇਨਤੀ ਕਰਕੇ ਤੁਰਦੇ ਸਨ, ਜਾਨ ਭਾਵੇਂ ਚਲੀ ਜਾਵੇ ਪਰ ਅਸੀਂ ਹੱਥ ਵੀ ਨਹੀਂ ਚੁੱਕਣਾ, ਕਿਉਂਕਿ ਸ਼ਾਂਤਮਈ ਮੋਰਚਾ ਹੈ। ਇਸ ਤਰ੍ਹਾਂ ਕਰਕੇ ਸ਼ਹੀਦਾਂ ਦੇ ਜੋ ਇਹ ਜਥੇ ਹਨ ਜਿਹੜਾ ਹਨ ਹਰ ਰੋਜ਼ ਪਹੁੰਚਦੇ ਹਨ ਗੁਰੂ ਕੇ ਬਾਗ ਵਿੱਚ, ਤੇ ਉੱਥੇ ਜਿਹੜੇ ਕੁੱਟ ਮਾਰ ਖਾਂਦੇ ਨੇ ਤੇ ਗ੍ਰਿਫਤਾਰ ਹੁੰਦੇ ਨੇ। ਇਸ ਤਰ੍ਹਾਂ ਹੀ ਜਿਹੜਾ ਹੈ ਇਹ ਸਿਲਸਿਲਾ ਚੱਲਦਾ ਰਿਹਾ। ਤਾਂ ਕੀ ਹੁੰਦਾ ਹੈ 26 ਅਗਸਤ ਵਾਲੇ ਦਿਨ ਨੂੰ ਜਿਹੜਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਸੱਦੀ ਜਿੱਥੇ 75 ਮੈਂਬਰਸ ਇਕੱਠੇ ਹੋਏ। ਤਾਂ ਉਹਨਾਂ ਨੇ ਆ ਕਰਕੇ 9 ਸਿੱਖਾਂ ਦੇ ਜਿਹੜੇ ਲੀਡਰ ਸਨ ਉਹਨਾਂ ਨੂੰ ਪਕੜ ਲਿਆ, ਆ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਵੀ ਜਿਹੜਾ ਹਨ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗ੍ਰਿਫਤਾਰੀ ਅਰੈਸਟ ਦੇ ਦਿੱਤਾ। ਇਸ ਤਰ੍ਹਾਂ ਕਰਦਿਆਂ ਹੋਇਆਂ ਗੁਰਸਿੱਖਾਂ ਨੇ ਜਦੋਂ ਦੇਖਿਆ ਵੀ ਲੀਡਰ ਵੀ ਪਕੜੇ ਗਏ ਤਾਂ ਉਸ ਵੇਲੇ ਸਿੱਖਾਂ ਨੇ ਐਲਾਨ ਕੀਤਾ, ਕਹਿੰਦੇ ਗੁਰੂ ਕਾ ਬਾਗ ਸਿੱਖਾਂ ਦਾ ਹੈ, ਗੌਰਮੈਂਟ ਇਸ ਤੋਂ ਆਪਣਾ ਕਬਜ਼ਾ ਉਠਾ ਲਵੇ।
नहीं तां कहंदे शांतमई सत्याग्रह शुरू किया जाएगा। सिख ਤਾਂ ਤਿਆਰ ਸੀਗੇ कि ऐसा सत्याग्रह ਜਿਹੜਾ ਹੈ ਵੀ ਅਸੀਂ ਤਾਂ ਸੱਚ ਨੂੰ ਪਕੜ ਕੇ ਰੱਖਣਾ ਹੈ। ਭਾਵੇਂ ਤੁਸੀਂ ਇੱਕ ਲਾਠੀ ਮਾਰੋ, ਭਾਵੇਂ 100 ਮਾਰੋ, ਭਾਵੇਂ ਇੱਕ ਜਾਨ ਜਾਵੇ, ਭਾਵੇਂ 1000 ਜਾਵੇ, ਅਸੀਂ ਉਂਗਲੀ ਤੱਕ ਨਹੀਂ ਤੁਹਾਡੇ ਤੇ ਚੱਕਣੀ। ਸ਼ਾਂਤਮਈ ਤਰੀਕੇ ਨਾਲ ਜਿੰਨੀ ਵੀ ਅਸੀਂ ਕੁੱਟ ਖਾਣੀ ਹੈ, ਗੁਰੂ ਮਹਾਰਾਜ ਕਿਰਪਾ ਕਰੇ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਇਹ ਸਾਰਾ ਮੋਰਚਾ ਜਿੱਤਣਾ ਹੈ। ਇਸ ਪ੍ਰਕਾਰ ਕਰਦਿਆਂ ਹੋਇਆਂ ਇਹ ਜਥੇ ਜਿਹੜੇ ਹਨ ਹਰ ਰੋਜ਼ ਜਾਣ ਲੱਗੇ। ਕਿਤੇ 60 ਅਕਾਲੀ ਜਿਹੜੇ ਹਨ ਉਹ ਚਲੇ ਜਾਂਦੇ ਨੇ, ਕਿਤੇ ਫਿਰੋਜ਼ਪੁਰ ਦਾ ਜਿਹੜਾ ਹੈ ਜਥਾ ਉਹ ਚਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਬੜੇ ਜਥੇ ਜਾ ਕੇ ਉੱਥੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਤੇ ਇਹ ਜਿਹੜੀਆਂ ਹਨ ਜਦੋਂ ਜਥਿਆਂ ਨੇ ਜਿਹੜਾ ਹਨ ਹੂਮ ਹਮਾਦ ਕੇ ਗੁਰੂ ਕੇ ਬਾਗ ਪਹੁੰਚਦੇ ਸਨ ਹਰ ਰੋਜ਼ ਕਰਕੇ, ਤਾਂ ਇਹ ਜਿਹੜੇ ਹਨ ਪੁਲਿਸ, ਬ੍ਰਿਟਿਸ਼ ਪੁਲਿਸ ਨੇ ਸੋਚਿਆ ਕਿ ਇਹਨਾਂ ਨੂੰ ਗੁਮਤਾਲਾ ਇੱਕ ਬ੍ਰਿਜ ਹੈ, ਇੱਕ ਪੁਲ ਹੈ। ਇਹਨਾਂ ਨੇ ਕੀ ਕੀਤਾ, ਜੋ ਗੁਰੂ ਕੇ ਬਾਗ ਤੋਂ ਪਹਿਲਾਂ ਆਉਂਦਾ ਹੈ, ਇਹਨਾਂ ਨੇ ਗੁਮਤਾਲਾ ਤੇ ਹੀ ਜਾ ਕੇ ਜਿਹੜਾ ਹੈ ਪੂਰਾ ਆਪਣੀ ਨਾਕਾਬੰਦੀ ਕਰਕੇ ਉੱਥੇ ਸਿੰਘਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਕੁੱਟਣਾ ਸ਼ੁਰੂ ਕਰ ਦਿੰਦੇ ਸਨ। ਤੇ ਐਸਾ ਜਿਹੜਾ ਹਨ ਕਹਿੰਦੇ ਇੱਕ ਵਾਰ 120 ਗੁਰਸਿੱਖ ਇਕੱਠਾ ਗਿਆ, ਕਿਤੇ 90 ਸਿੱਖ ਇਕੱਠੇ ਜਾਂਦੇ ਨੇ। ਤੇ ਜਿਹੜੇ ਹਨ 1 ਸਤੰਬਰ ਨੂੰ ਵੀ ਜਿਹੜਾ ਹਨ ਤਕਰੀਬਨ ਜਿਹੜੇ ਹਨ 100 ਸਿੱਖ ਜਿਹੜੇ ਹਨ ਉਹ ਇੱਕ ਜਥੇ ਵਿੱਚ ਗਏ। ਤੇ ਦੇਖੋ ਜਥਿਆਂ ਦੇ ਵਿੱਚ ਕਿੰਨੀ ਨਿਮਰਤਾ ਹੁੰਦੀ ਸੀ। ਇਹਨਾਂ ਨੇ ਜਾ ਕੇ ਪਹਿਲਾਂ ਅਕਾਲ ਤਖਤ ਤੇ ਪੇਸ਼ ਹੋਣਾ, ਅਰਦਾਸ ਕਰਨੀ, ਤੇ ਉੱਥੇ ਜਿਹੜਾ ਹਨ ਸਰੋਵਰ ਦਾ ਜਲ ਛਕ ਕਰਕੇ, ਸਤਿਗੁਰਾਂ ਦੀ ਦੇਗ ਛਕ ਕਰਕੇ ਉੱਥੋਂ ਨੰਗੇ ਪੈਰੀ ਇਹ 20 ਕਿਲੋਮੀਟਰ ਤੁਰ ਕੇ ਜਾਇਆ ਕਰਦੇ ਸਨ ਬੜੇ ਹੌਸਲੇ ਦੇ ਨਾਲ। ਤੇ ਪਤਾ ਵੀ ਹੈ ਸਾਹਮਣੇ ਕਿ ਕੁੱਟੇ ਹੀ ਪੈਣੀ ਹੈ, ਲਾਠਾਂ ਹੀ ਪੈਣੀਆਂ ਹਨ, ਲਾਠੀਆਂ ਦੇ ਨਾਲ ਇਹਨਾਂ ਦੇ ਕੁੱਟਮਾਰ ਹੋਣੀ ਆ। ਤੇ ਇਹ ਕੋਈ ਨਵੀਂ ਗੱਲ ਨਹੀਂ ਸੀ, ਕਿਉਂਕਿ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਸਨ। ਸੋ ਜਿਹੜੇ ਫੱਟੜ ਹੋਇਆ ਕਰਦੇ ਸਨ ਉਹਨਾਂ ਨੂੰ ਵਾਪਸ ਚੁੱਕ ਕੇ ਅੰਮ੍ਰਿਤਸਰ ਲਿਆ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀਗਾ। ਹਰ ਰੋਜ਼ ਦੇਖਣਾ ਵੀ ਹੈ ਵੀ ਕੀ ਬੁਰਾ ਹਾਲ ਹੁੰਦਾ ਹੈ ਜਾ ਕੇ। ਪਰ ਸਿੱਖਾਂ ਨੂੰ ਕੌਣ ਹਟਾਉਣ ਵਾਲਾ ਸੀ? ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੈ, ਜਿਹੜੇ ਕਹਿੰਦੇ ਵੀ ਅਸੀਂ ਆਪਣੇ ਗੁਰੂ ਦੇ ਅਸਥਾਨਾਂ ਨੂੰ ਬਚਾਉਣਾ ਹੈ, ਅਸੀਂ ਆਪਣੇ ਗੁਰੂ ਦੇ ਅਸਥਾਨਾਂ 'ਤੇ ਬੇਅਦਬੀ ਨਹੀਂ ਹੋਣ ਦੇਣੀ, ਅਸੀਂ ਆਪਣੇ ਗੁਰੂ ਅਸਥਾਨਾਂ ਨੂੰ ਉਸੇ ਤਰ੍ਹਾਂ ਪਵਿੱਤਰ ਰੱਖਣਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ। ਸੋ ਇਸ ਪ੍ਰਕਾਰ ਕਰਕੇ ਇਹ ਸਾਰਾ ਜਿਹੜਾ ਹੈ ਜੋ ਕੁੱਟਮਾਰ ਹੈ, ਇੱਕ ਦਿਨ ਐਸਾ ਹੋਇਆ ਕਿ ਅਮਰੀਕਾ ਤੋਂ A.L. ਵਰਗਸ ਜਿਹੜਾ ਸੀਗਾ ਇੱਕ ਮੂਵੀ ਬਣਾਉਣ ਵਾਲਾ, ਸੋ ਇਹ ਆਇਆ ਆਪਣੇ ਕੈਮਰੇ ਲੈ ਕੇ। ਜਦੋਂ ਇਹਨੂੰ ਪਤਾ ਲੱਗਿਆ, ਇਹ ਪਹੁੰਚਿਆ ਉੱਥੇ ਤੇ ਇਹਨੇ ਆਪਣੇ ਅੱਖੀਂ ਸਾਰਾ ਦ੍ਰਿਸ਼ ਦੇਖਿਆ ਤੇ ਇਹਨੇ ਉਸਦੀ ਮੂਵੀ ਵੀ ਬਣਾਈ। ਸੋ ਇਹਨੇ ਮੂਵੀ ਜਿਹੜੀ ਹੈ ਜਿਸ ਤਰ੍ਹਾਂ ਉਹ ਕੁੱਟਦੇ ਸਨ, ਜਿਸ ਤਰ੍ਹਾਂ ਮਾਰਦੇ ਸਨ, ਇਹਨੇ ਸਾਰਾ ਕੈਪਚਰ ਕੀਤਾ ਆਪਣੀ ਮੂਵੀ ਦੇ ਵਿੱਚ, ਜਿਹਨੂੰ ਆਪਾਂ ਐਕਸਕਲੂਸਿਵ ਪਿਕਚਰਸ ਆਫ ਇੰਡੀਆ ਮਾਰਟਰਡਮ ਕਰਕੇ ਉਹ ਟਾਈਟਲ ਹੈ ਉਸ ਮੂਵੀ ਦਾ। ਤੇ ਇਹਨੇ ਉਸ ਛੋਟੀ ਜਿਹੀ ਇੱਕ ਡਾਕੂਮੈਂਟਰੀ ਤਰ੍ਹਾਂ ਦੀ ਮੂਵੀ ਬਣਾਈ, ਤੇ ਅੱਜ ਵੀ ਆਪਾਂ ਉਸ ਨੂੰ YouTube 'ਚ ਦੇਖ ਸਕਦੇ ਹਾਂ। ਇੱਕ ਜੋ ਇੰਗਲਿਸ਼ ਪੱਤਰਕਾਰ ਹੈ C.F. ਐਂਡਰੂਸ, ਜੋ ਕਿ ਮੈਨਚੈਸਟਰ ਗਾਰਡੀਅਨ ਦੇ ਵਿੱਚ ਉਹ ਆਪਣੀਆਂ ਖਬਰਾਂ ਛਾਪਦਾ ਹੋਇਆ ਕਰਦਾ ਸੀਗਾ। ਜਦੋਂ ਇੱਕ ਵਾਰ ਇੰਡੀਆ ਦੇ ਦੌਰ 'ਤੇ ਆਇਆ ਤਾਂ ਉਹ ਪੰਜਾਬ ਵਿੱਚ ਜਦੋਂ ਉਹਨੇ ਆ ਕੇ ਇਹ ਸਾਰਾ ਦ੍ਰਿਸ਼ਟ ਆਪਣੀ ਅੱਖੀਂ ਦੇਖਿਆ ਤਾਂ ਉਹਨੇ ਜਿਹੜਾ ਹੈ ਜੋ ਲਫ਼ਜ਼ ਉਹਨੇ ਲਿਖੇ ਨੇ ਉਹ ਐਨ ਉਸੇ ਜਿਹੜੇ ਹਨ ਦਿਲ ਨੂੰ ਜਿਹੜੇ ਹਨ ਛੂਹਣ ਵਾਲੇ ਜਿਹੜੇ ਸੀਗੇ। ਉਹਨੇ ਉਹ ਦੁਖਦਾਈ ਘਟਨਾ ਨੂੰ ਐਸਾ ਜਿਹੜਾ ਹੈ ਵਰਣਨ ਕੀਤਾ, ਕਹਿੰਦਾ ਮੈਂ ਦੇਖਦਾ ਹਾਂ ਕਿ ਹੁਣ ਤੱਕ ਇੱਕੋ ਹੀ ਜੀਸਸ ਹੈ ਜਿਹਨੂੰ ਕ੍ਰੂਸੀਫਾਈਡ ਕੀਤਾ ਗਿਆ ਹੈ, ਪਰ ਕਹਿੰਦਾ ਅੱਜ ਮੇਰੀਆਂ ਅੱਖਾਂ ਦੇਖ ਰਹੀਆਂ ਨੇ, ਕਹਿੰਦੇ ਇੱਥੇ ਤਾਂ 100,000 ਹੀ ਜਿਹੜੇ ਹਨ ਕ੍ਰਾਈਸ ਤੁਰੇ ਫਿਰਦੇ ਨੇ, ਜਿਹੜੇ ਕਿ ਹੱਸ ਕੇ ਆਪਣੀਆਂ ਸ਼ਹੀਦੀਆਂ ਹੱਸ ਕੇ ਕੁੱਟ ਖਾ ਰਹੇ ਨੇ। ਕਹਿੰਦਾ ਇਹ ਦ੍ਰਿਸ਼ ਤਾਂ ਮੈਂ ਕਿਤੇ ਨਾ ਦੇਖਿਆ, ਨਾ ਮੈਂ ਕਿਤੇ ਸੋਚਿਆ, ਨਾ ਕਿਤੇ ਮੈਂ ਪੜ੍ਹਿਆ ਹੈ। ਕਹਿੰਦੇ ਐਸਾ ਹੀ ਉਹਨੇ ਬੜਾ ਸੋਹਣਾ ਲਿਖਿਆ ਹੈ। ਕਹਿੰਦੇ ਸਿੱਖ ਆਉਂਦੇ ਬੜੀ ਨਿਮਰਤਾ ਨਾਲ, ਉਹਨਾਂ ਦੇ ਹੱਥ ਵੀ ਜੁੜੇ ਹੁੰਦੇ ਨੇ ਜਿਵੇਂ ਕੋਈ ਅਰਦਾਸ ਵਿੱਚ ਖੜਿਆ ਹੁੰਦਾ ਹੈ, ਤੇ ਉਹਨਾਂ ਦਾ ਰਸਤਾ ਇਹ ਜਿਹੜੀ ਬ੍ਰਿਟਿਸ਼ ਪੁਲਿਸ ਹੈ ਰੋਕ ਕੇ ਰੱਖਦੀ ਹੈ। ਫਿਰ ਉਹ ਸ਼ਾਂਤਮਈ ਤਰੀਕੇ ਦੇ ਨਾਲ ਭਾਵੇਂ ਖੜੇ ਨੇ ਤੇ ਉਹਨਾਂ ਤੇ ਲਾਠੀ ਚਾਰਜ ਹੁੰਦੀ ਹੈ, ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ, ਘੜੀਸਿਆ ਜਾਂਦਾ ਹੈ, ਉਹਨਾਂ ਦੇ ਧੌਣਾਂ ਤੇ ਜਿਹੜਾ ਹੈ ਵੱਡੀਆਂ ਵੱਡੀਆਂ ਲੱਕੜਾਂ ਲਾ ਕਰਕੇ ਉਹਨਾਂ ਨੂੰ ਜਿਹੜਾ ਝੁਕਾਇਆ ਜਾ ਰਿਹਾ ਹੈ। ਪਰ ਕਹਿੰਦਾ ਮੈਨੂੰ ਤਾਂ ਇੰਜ ਲੱਗਦਾ ਹੈ ਵੀ ਉਹ ਗੁਰਸਿੱਖਾਂ ਨੂੰ ਜਿਹੜੇ ਕੁੱਟ ਖਾ ਰਹੇ ਆ ਨਾ, ਕੁੱਟਣ ਵਾਲਿਆਂ ਨੂੰ ਭਾਵੇਂ ਥਕੇਮਾ ਹੋਵੇਗਾ, ਭਾਵੇਂ ਦੁੱਖ ਹੋਵੇਗਾ, ਪਰ ਕਹਿੰਦਾ ਜਿਹੜਾ ਕੁੱਟ ਖਾਣ ਵਾਲੇ ਗੁਰਸਿੱਖ ਆ ਨਾ, ਇਹਨਾਂ ਨੂੰ ਭੋਰਾ ਪਰਵਾਹ ਨਹੀਂ ਆਪਣੇ ਸਰੀਰ ਦੀ। ਇਹਨਾਂ ਨੂੰ ਤਾਂ ਬਸ ਉਹੀ ਇੱਕ ਰਸਤਾ ਦਿਸਦਾ ਹੈ ਕਿ ਮੇਰੇ ਗੁਰੂ ਨੂੰ, ਮੇਰੇ ਗੁਰੂ ਘਰ ਨੂੰ ਇਹੀ ਰਸਤਾ ਜਾਂਦਾ ਹੈ।
ਕਹਿੰਦੇ ਐਸਾ ਦੇਖ ਕਰਕੇ ਮੈਂ ਹੈਰਾਨ ਹਾਂ ਕਿ ਐਸੀ ਵੀ ਕੌਮ ਦੁਨੀਆ ਤੇ ਹੈ ਜਿਹੜੇ ਕਿ ਹੱਸ ਕੇ ਸ਼ਹੀਦੀਆਂ ਪਾ ਕੇ ਕੇਵਲ ਸਿਰਫ ਆਪਣੇ ਗੁਰਦੁਆਰੇ ਨੂੰ ਬਚਾਉਣ ਵਾਸਤੇ, ਗੁਰਦੁਆਰੇ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਕਰਦੇ ਹਨ। ਸੋ ਐਸਾ ਜਿਹੜਾ ਹੈ ਇਸ ਦੀ ਰਿਪੋਰਟ ਪੂਰੀ ਇਹਨੇ ਜਿਹੜੀ ਛਾਪੀ ਹੈ ਜੋ ਪੜ੍ਹੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਕਰਦਿਆਂ ਹੋਇਆਂ ਕਿਤੇ ਪਰਮਾਤਮਾ ਨੂੰ ਵੀ ਜਿਹੜਾ ਹਨ ਰਹਿਮ ਆਇਆ ਗੁਰਸਿੱਖਾਂ ਤੇ ਕਹਿੰਦੇ ਗਵਰਨਰ ਆਫ ਪੰਜਾਬ ਜਿਹੜਾ ਸੀਗਾ ਉਹ 13 ਸਤੰਬਰ ਜਿਹੜਾ 1922 ਨੂੰ ਉਹ ਵਾਪਸ ਆਇਆ ਤੇ ਉਹਨੇ ਆ ਕੇ ਜਿਹੜਾ ਹਨ ਇਹ ਸਭ ਕੁਝ ਹਟਾਇਆ ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜਾ ਗਲਤ ਕਰ ਰਹੇ ਹੋ, ਤੇ ਉਹਨੇ ਇਹ ਸਾਰਾ ਕੰਮ ਹਟਾ ਕਰਕੇ ਉਹ ASP ਨੂੰ ਕਿਹਾ ਕਿ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ। ਸੋ ਇਉਂ ਕਰਕੇ ਜਿਹੜਾ ਹਨ ਉਹ ਹਟਿਆ। ਤਾਂ ਫਿਰ ਬਾਅਦ ਵਿੱਚ ਗੰਗਾ ਰਾਮ ਆਏ ਜੋ 17 ਨਵੰਬਰ 1922 ਨੂੰ ਉਹਨੇ ਗੁਰੂ ਕੇ ਬਾਗ ਦੀ ਜ਼ਮੀਨ ਜਿਹੜੀ ਸੀਗੀ ਉਹ ਅਕਾਲੀਆਂ ਦੇ ਹਵਾਲੇ ਕੀਤੀ। ਇਸ ਪ੍ਰਕਾਰ ਕਰਕੇ ਜਿਹੜਾ ਹਨ 27 ਅਪ੍ਰੈਲ ਜਿਹੜਾ 1923 ਨੂੰ ਜਿਹੜਾ ਹਨ ਉਹ ਗਵਰਨਮੈਂਟ ਨੇ ਜਿੰਨੇ ਵੀ ਸਿੱਖ ਜਿਹੜੇ ਹਨ ਜਿਹੜੇ ਸ਼ਾਂਤਮਈ ਤਰੀਕੇ ਨਾਲ ਗੁਰੂ ਕੇ ਬਾਗ ਦੇ ਵਿੱਚ ਉਹਨਾਂ ਨੂੰ ਪਕੜਿਆ ਗਿਆ ਸੀਗਾ, ਉਹਨਾਂ ਨੂੰ ਛੁਟਾਉਣ ਦਾ, ਉਹਨਾਂ ਨੂੰ ਛੱਡਣ ਦਾ ਆਰਡਰ ਦਿੱਤਾ ਗਿਆ। ਹੁਣ ਇਹਨਾਂ ਦੀ ਗਿਣਤੀ ਦੇਖੋ ਕਿੰਨੀ ਹੈ, ਕਿੰਨੇ ਕੁ ਗੁਰਸਿੱਖ ਉਸ ਵੇਲੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜੇਲ੍ਹਾਂ ਨੂੰ ਗਏ। 5605 ਸਨ, 5605 ਬੰਦੇ ਜਿਹੜੇ ਹਨ ਗੁਰਸਿੱਖ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਸੀ ਛਡਾਇਆ। ਤੇ ਰਿਪੋਰਟਾਂ ਦੱਸਦੀਆਂ ਨੇ ਕਿ ਜਿਹੜੇ ਹਨ 879 ਜਿਹੜੇ ਹਨ ਇੰਨਿਆਂ ਦੇ ਜਿਹੜੇ ਹਨ ਜਿਨ੍ਹਾਂ ਦੇ ਜ਼ਖਮ ਲੱਗੇ, ਜਿਨ੍ਹਾਂ ਨੂੰ ਕੁੱਟਿਆ ਮਾਰਿਆ, ਤੇ ਉਹਨਾਂ ਦੇ ਸਭ ਜਿਹੜੇ ਹਨ ਡਿਟੇਲ ਵੀ ਹਨ ਵੀ ਕੀ ਉਹਨਾਂ ਨੂੰ ਸੱਟਾਂ ਲੱਗੀਆਂ, ਕਿੱਥੇ ਉਹਨਾਂ ਦੇ ਹੱਡ ਟੁੱਟੇ, ਉਹ ਸਾਰੀ ਲਿਸਟ ਜਿਹੜੀ ਬਣੀ ਹੋਈ ਹੈ। ਦੇਖੋ ਇੰਨਾ ਜਿਹੜਾ ਜ਼ੁਲਮ ਹੋਇਆ, ਪਰ ਖਾਲਸਾ ਪੰਥ ਨੇ ਫਿਰ ਵੀ ਆਪਣੇ ਗੁਰਦੁਆਰਿਆਂ ਦੀ ਜਿਹੜੀ ਪਵਿੱਤਰਤਾ ਨੂੰ ਕਾਇਮ ਰੱਖਿਆ। ਸੋ ਇਸ ਪ੍ਰਕਾਰ ਕਰਕੇ ਦੇਖੋ ਅੱਜ ਵੀ ਆਪਣੇ ਗੁਰਦੁਆਰਿਆਂ ਦੀ ਬੇਅਦਬੀ ਹੋ ਰਹੀ ਹੈ ਹਰ ਥਾਈਂ, ਤੇ ਇਹ ਜਿਹੜਾ ਹਨ ਅੱਜ ਵੀ ਆਪਣਾ ਫਰਜ਼ ਬਣਦਾ ਹੈ ਕਿ ਗੁਰਦੁਆਰੇ ਨੂੰ ਪਵਿੱਤਰ ਤੇ ਸੁਤੰਤਰ ਰੱਖਿਆ ਜਾਵੇ, ਜਿਹਦੇ ਵਿੱਚ ਕੇਵਲ ਤੇ ਕੇਵਲ ਗੁਰਬਾਣੀ, ਗੁਰੂ ਮਹਾਰਾਜ ਦੇ ਦਰਸਾਏ ਮਾਰਗ ਨੂੰ ਹੀ ਅੱਗੇ ਪ੍ਰਚਾਰਿਆ ਜਾਵੇ। ਆਪਣੇ ਸਾਰੇ ਸਿੱਖਾਂ ਦਾ ਇਹੀ ਜਿਹੜਾ ਹੈ ਪ੍ਰਯੋਜਨ ਹੋਣਾ ਚਾਹੀਦਾ ਹੈ, ਇਹੀ ਆਪਣੇ ਗੁਰਸਿੱਖ ਸਾਰੇ, ਕਿਉਂਕਿ ਆਪਾਂ ਸਾਰੇ ਗੁਰਸਿੱਖ ਹਾਂ, ਆਪਣਾ ਗੁਰੂ ਇੱਕ ਹੈ। ਇਸ ਕਰਕੇ ਆਪਾਂ ਨੂੰ ਇਕੱਠਿਆਂ ਹੋ ਕੇ ਇਹ ਉਦਮ ਕਰਨਾ ਚਾਹੀਦਾ ਹੈ ਕਿ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖੀ ਜਾਵੇ। ਇੰਨਾ ਹੀ ਜਿਹੜਾ ਹਨ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।